ਸਲੋਕ ਮਹਲਾ ਤੀਜਾ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਣ ਆਵੈ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਸਲੋਕ ਉਚਾਰਨ ਕਰ ਰਹੇ ਨੇ, ਜੋ ਸਾਰੰਗੀ ਵਾਰ ਮਹੱਲਾ ਚੌਥਾ ਸਲੇਖ ਹੇਠ 35ਵੇਂ ਨੰਬਰ ਤੇ ਆ ਰਿਹਾ ਹੈ। ਅਮਰ ਵੇ ਪਰਵਾਹੁ ਹੈ। ਅਮਰ ਨਾਮ ਹੈ ਹੁਕਮ ਦਾ, ਜੋ ਹੁਕਮ ਕਰਨੇ ਵਾਲਾ ਪਰਮੇਸ਼ਰ ਹੈ। ਉਹ ਬੇਪਰਵਾਹ ਬੇਮੁਤਾਜ ਹੈ, ਜਾਂ ਜੋ ਪਰਮੇਸ਼ਰ ਦੀ ਪਾਤਸ਼ਾਹੀ ਬੇਪਰਵਾਹ ਹੈ, ਤੇ ਜੋ ਪ੍ਰਭੂ ਅਮਰ ਮਰਨ ਤੋਂ ਰਹਿਤ ਅਤੇ ਬੇਪਰਵਾਹ ਹੈ, ਜਾਂ ਅਮਰ ਨਾਮ ਹੈ ਰਾਜ ਦਾ, ਜਿਸ ਦਾ ਹੁਕਮ ਰੂਪ ਰਾਜ ਬੇਮੁਤਾਜ ਹੈ। ਸੰਗਾਲ ਸਿਆਣਪ ਨਾ ਚਲਾਈ। ਉਸ ਵਾਹਿਗੁਰੂ ਦੇ ਨਾਲ ਕਿਸੇ ਬੁੱਧੀ ਦੀ ਚਲਾਕੀ ਨਹੀਂ ਚੱਲਦੀ। ਨਾ ਹੁਜਤ ਕਰਨੀ ਜਾਏ। ਅਤੇ ਨਾ ਹੀ ਉਸ ਦੇ ਹੁਕਮ ਅੱਗੇ ਕਿਸੇ ਪ੍ਰਕਾਰ ਦੀ ਤਰਕ ਕੀਤੀ ਜਾ ਸਕਦੀ ਹੈ। ਆਪ ਛੋੜ ਸਰਨਾਈ ਪਵੈ। ਜੋ ਪੁਰਖ ਆਪਾ ਭਾਵ ਛੱਡ ਕੇ ਪਰਮੇਸ਼ਰ ਦੀ ਸ਼ਰਨ ਵਿੱਚ ਪੈਂਦਾ ਹੈ, ਮਨ ਲਈ ਰਜਾਈ। ਅਤੇ ਉਸ ਵਾਹਿਗੁਰੂ ਦੀ ਆਗਿਆ ਨੂੰ ਮੰਨ ਲੈਂਦਾ ਹੈ। ਗੁਰਮੁਖ ਜਮ ਡੰਡ ਨਾ ਲਗਾਈ। ਉਸ ਗੁਰਮੁਖ ਜਨ ਨੂੰ ਜਮਨ ਦਾ ਦੰਡਾ, ਜਮਨ ਦਾ ਦੰਡ ਨਹੀਂ ਲੱਗਦਾ। ਹਉਮੈ ਵਿੱਚ ਹੋ ਜਾਏ। ਅਤੇ ਹਿਰਦੇ ਦੇ ਵਿੱਚੋਂ ਦੇਹ ਦੀ ਹਮਤਾ ਵੀ ਚਲੀ ਜਾਂਦੀ ਹੈ। ਨਾਨਕ ਸੇਵਕ ਸੋਈ ਆਖੀਐ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹੀ ਪਰਮੇਸ਼ਰ ਦਾ ਅਸਲੀ ਦਾਸ ਕਹੀਦਾ ਹੈ। ਜੇ ਸੱਚ ਰਹਿ ਦੇ ਭਲਾਈ। ਜਿਹੜਾ ਹਰ ਵਕਤ ਸੱਚ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਲਾ ਕੇ ਜੋੜ ਕੇ ਰਹਿੰਦਾ ਹੈ। ਮਹਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਦਾਤ ਜੋਤ ਸਭ ਸੂਰਤ ਤੇਰੀ। ਇਹ ਪਰਮੇਸ਼ਰ ਪਦਾਰਥਾਂ ਦੀ ਦਾਤ, ਭਗਤੀ ਦੀ ਦਾਤ, ਨਾਮ ਦੀ ਦਾਤ, ਬ੍ਰਹਮ ਵਿਦਿਆ ਦੀ ਦਾਤ, ਵੇਦਾਂ ਸ਼ਾਸਤਰਾਂ ਦੀ ਬੁੱਧੀ ਦੇ ਅੰਦਰ ਜੋਤ ਗਿਆਤ ਹੋਣੀ, ਜਾਂ ਤੇਰੇ ਸਰਗੁਣ ਸਰੂਪ ਅਤੇ ਤੇਰੇ ਨਿਰਗੁਣ ਸਰੂਪ ਦਾ ਬੁੱਧੀ ਅੰਦਰ ਗਿਆਨ ਹੋਣਾ, ਜਾਂ ਸ੍ਰੇਸ਼ਟ ਜੋਤ ਅਕਲ ਦੀ ਪ੍ਰਾਪਤੀ ਹੋਣੀ, ਅਤੇ ਸੁੰਦਰ ਸੂਰਤ ਸ਼ਕਲ ਜਾਂ ਸੁੰਦਰ ਭਗਤੀ ਕਰਕੇ ਸੋਹਣੇ ਮੋਮ ਚਿੱਤ ਵਾਲੀ ਸ਼ਕਲ ਹੋਣੀ ਆਦਿਕ ਹੈ, ਸਾਰੀ ਤੇਰੀ ਹੀ ਬਖਸ਼ਿਸ਼ ਹੈ। ਬਹੁਤ ਸਿਆਣਪ ਹਉਮੈ ਮੇਰੀ। ਇਹ ਪਰਮੇਸ਼ਰ ਪਰ ਜੀਵ ਬੁੱਧੀ ਦੇ ਅਤਿਅੰਤ ਸਿਆਣਪ ਚਲਾਕੀ ਨਾਲ ਹੰਗਤਾ ਦੇ ਕਰਕੇ ਕਹਿੰਦਾ ਹੈ ਇਹ ਸਾਰੀ ਚੀਜ਼ ਮੇਰੀ ਹੈ, ਜਾਂ ਹੰਗਤਾ ਕਰਕੇ ਪਦਾਰਥ ਦੀ ਮੇਰ ਕਰ ਬੈਠਦਾ ਹੈ। ਆਹ ਕਰਮ ਕਮਾਵੰਦੈ ਲੋਭ ਮੋਹ ਵਿਆਪੇ। ਇਹ ਜੀਵ ਬਹੁਤ ਸਾਰੇ ਨਖੇਤ ਸਕਾਮ ਕਰਮਾਂ ਨੂੰ ਕਮਾਉਂਦੇ ਨੇ, ਲਾਲਚ ਵਿੱਚ, ਰਜੋ ਗੁਣ ਕਰਕੇ, ਮੋਹ ਵਿੱਚ, ਵਿਵੇਕ ਦੇ ਅਭਾਵ ਹੋਣ ਕਰਕੇ ਵਿਆਪੇ ਲੱਗੇ ਹੋਏ ਹਨ। ਮੈਂ ਕਦੇ ਨਾ ਚੁੱਕਾ ਤੇਰੀ। ਅਤੇ ਦੇਹ ਦੀ ਹੰਗਤਾ ਕਰਕੇ
ਕਦਾਚਿਤ ਵੀ 84 ਲੱਖ ਜੂਨ ਦੀ ਜੋ ਘੁਆਂਟਣੀ ਹੈ, ਘੁੰਮਣ ਘੇਰੀ ਹੈ, ਇਹ ਚੁੱਕੀ ਨਹੀਂ ਜਾਂਦੀ। ਪਾਪ ਜਮਣ ਮਰਨ ਦਾ ਗੇੜ ਚੁੱਕਿਆ ਨਹੀਂ ਜਾਂਦਾ। ਨਾਨਕ ਆਪ ਕਰਾਈ ਕਰਤਾ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਗੁਰਮੁਖ ਜਨਾਂ ਤੋਂ ਰਚਨਹਾਰ ਪਰਮੇਸ਼ਰ ਆਪ ਆਪਣੀ ਭਗਤੀ ਕਰਾਉਂਦਾ ਹੈ। ਜੋ ਤਿਸ ਭਾਵੈ ਸਾਈ ਗੱਲ ਚੰਗੇਰੀ। ਉਹਨਾਂ ਦਾ ਐਸਾ ਨਿਸ਼ਚਾ ਹੈ ਕਿ ਜੋ ਕੁਝ ਇਸ ਪਰਮੇਸ਼ਰ ਨੂੰ ਭਾਉਂਦਾ ਹੈ ਉਹੀ ਗੱਲ ਚੰਗੀ ਹੈ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸੋ ਇਹ ਮਹਾਰਾਜ ਸੋ ਗੁਰਮੁਖ ਤੇਰਾ ਭਾਣਾ ਭਾਵੈ। ਗੁਰਮੁਖ ਜਿਹੜੇ ਨੇ ਉਹ ਤੇਰੇ ਹੁਕਮ ਦੇ ਵਿੱਚ ਤੇਰੇ ਭਾਣੇ ਵਿੱਚ ਜੋ ਕੁਛ ਕਰਦਾ ਉਹਨੂੰ ਚੰਗਾ ਕਰਕੇ ਮੰਨਦੇ ਹਨ। ਜੋ ਕਿਛ ਕਰੇ ਸੋ ਭਲਾ ਕਰ ਮਾਨੀਐ। ਹਿਕਮਤ ਹੁਕਮ ਚੁਕਾਈਐ। ਹਿਕਮਤ ਨਾਮ ਹੈ ਸਿਆਣਪ ਦਾ ਤੇ ਹੁਕਮ ਆਪ ਦੀ ਮਰਜ਼ੀ ਕਰਨੀ। ਇਹ ਦੋਵੇਂ ਗੱਲਾਂ ਹੀ ਗੁਰੂ ਘਰ ਵਿੱਚ ਜਾਂ ਪਰਮਾਤਮਾ ਅੱਗੇ ਬਿਲਕੁਲ ਨਹੀਂ ਚੱਲਦੀਆਂ। ਆਉੜੀ ਮਹਲਾ ਪੰਜਵਾ। ਜਿਹੜੀ ਸਾਰੰਗੀ ਵਾਰ ਦਾ ਅਰਥ ਹੁੰਦਾ ਪੌੜੀਆਂ, ਉਹ ਮਹੱਲਾ ਚੌਥਾ ਟੋਟਲੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਨੇ। ਪਰ ਆ ਜਿਹੜੀ ਇੱਕ ਪੌੜੀ ਹੈ ਇਹ ਪੰਜਵੇਂ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਣ ਕਰਕੇ ਸਤਿਗੁਰੂ ਜੀ ਨੇ ਮਹੱਲਾ ਲਿਖ ਦਿੱਤਾ ਹੈ। ਪੌੜੀ ਮਹੱਲਾ ਪੰਜਵਾ। ਇਹ ਪੌੜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। 34 ਪੌੜੀਆਂ ਉਸ ਚੌਥੇ ਸਤਿਗੁਰਾਂ ਦੀਆਂ ਸਨ। ਇਹ 35ਵੀਂ ਪੌੜੀ ਪੰਜਵੇਂ ਪਾਤਸ਼ਾਹ ਜੀ ਉਚਾਰ ਰਹੇ ਨੇ। ਸੱਚ ਖਾਣਾ ਸੱਚ ਪਹਿਨਣਾ। ਜਿਸ ਨੇ ਸੱਚੇ ਨਾਮ ਦਾ ਸ਼ਰਵਣ ਕਰਨ ਨੂੰ ਭੋਜਨ ਖਾਧਾ ਹੈ, ਸੱਚੇ ਨਾਮ ਦਾ ਮੰਨਣ ਕਰਨ ਨੂੰ ਵਸਤਰ ਪਹਿਨਣਾ ਕੀਤਾ ਹੈ। ਨਾਮ ਆਧਾਰ ਅਤੇ ਸੱਚੇ ਨਾਮ ਦਾ ਹਿਰਦੇ ਵਿੱਚ ਆਸਰਾ ਲੈਣਾ ਕੀਤਾ ਹੈ। ਗੁਰਪੂਰਾ ਮਿਲਾਇਆ। ਗੁਰਾਂ ਨੇ ਕਿਰਪਾ ਕਰਕੇ ਮਿਲਾ ਦਿੱਤਾ ਹੈ। ਰੱਬ ਦੇਵਨਹਾਰ। ਕਿਸ ਨੂੰ ਮਿਲਾਇਆ ਹੈ? ਜਿਹੜਾ ਦਾਤਾ ਦੇਣ ਵਾਲਾ ਪਰਮੇਸ਼ਰ ਹੈ, ਜਾਂ ਜਿਸ ਨੂੰ ਪੂਰਨ ਗੁਰਾਂ ਨੇ ਕਿਰਪਾ ਕਰਕੇ ਆਪਣੀ ਸ਼ਬਦ ਦੀ ਪ੍ਰੀਤੀ ਨਾਲ ਮਿਲਾ ਲਿਆ ਹੈ, ਉਸ ਨੂੰ ਦਾਤਾ ਦੇਣ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਭਾਗ ਪੂਰਾ ਦਿਨ ਜਾਗਿਆ। ਉਹਨਾਂ ਦਾ ਗੁਰਾਂ ਦੀ ਕਿਰਪਾ ਕਰਕੇ ਪੂਰਨ ਕਰਮ ਜਾਗ ਪਿਆ ਹੈ। ਜਪਿਆ ਨਿਰੰਕਾਰ। ਜਿਨ੍ਹਾਂ ਨੇ ਨਿਰੰਕਾਰ ਆਕਾਰ ਧਾਰ ਸੋ ਜਿਹੜਾ ਨਿਰਾਕਾਰ ਪਰਮੇਸ਼ਰ ਹੈ ਉਹਨੂੰ ਆਕਾਰ ਧਾਰੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਾਹੀਂ ਜਪਨਾ ਕੀਤਾ ਹੈ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ। ਉਹਨੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਔਰ ਉਹਨਾਂ ਦੀ ਹਜ਼ੂਰੀ ਵਿੱਚ ਬੈਠੇ ਭਾਈ ਬਾਲਾ ਜੀ ਸਾਧੂ ਨੇ, ਭਾਈ ਮਰਦਾਨਾ ਜੀ ਸਾਧੂ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪੌੜੀ ਹੈ। ਉਹਨਾਂ ਨੇ ਕਿੰਨਾਂ ਨੂੰ ਸਾਧੂ ਆਖਿਆ? ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਜੀ ਨੂੰ। ਐਸੇ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਜੋ ਪੁਰਖ ਲੱਗਿਆ ਹੈ। ਕਰਿਆ ਸੰਸਾਰ। ਉਹ ਪੁਰਖ ਸੰਸਾਰ ਸਮੁੰਦਰ ਤੋਂ ਆਪ ਤਾਂ ਤਾਰੀ ਗਿਆ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਆਪ ਤਾਰੇ ਸ੍ਰਿਠਾ ਸਗੋਂ ਉਹ ਸ੍ਰਿਸ਼ਟੀ ਨੂੰ ਤਾਰ ਗਿਆ ਹੈ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਾਂ ਨਾਮਨ ਕਾ ਇਹ ਸੁਆਓ
जन कै संग चित आवे नाव, आप मुक्त करे संसार, नानक तिस जन को सदा नमस्कार। नानक सिफत सलाहकार। सतगुरु अर्जन देव महाराज जी कदम करते ने कि हे भाई परमेश्वर की सिफत सलाह करो या सिफत सलाहने योग परमेश्वर की शलाघा करो या हृदय द्वारा परमेश्वर की प्रेमा भक्ति करो। सत्संगत विच बैठ के परमेश्वर की सलाह भाव कीर्तन भक्ति करो। जो इकट्ठे बैठ के करनी है उन्होंने सलाह कहते हैं, जो अकेले बैठ के करनी है उसको सिफत कहते हैं। वाहिगुरु दा सदा ही जय जयकार करिया करो। एक बार श्री अमृतसर साहब जी के इलाके में बरखा ना होने कारण बड़ी भारी आवड़ लग गई। सतगुरां दे कोल गुरसिखां ने आके बेनती की कि सतगुरु जी बरखा तो बगैर सारियां खेतियां सुक गईयां ने, आप जी कृपा करो जो बरखा हो जावे। ये सुन के सतगुरां ने बाबा बुढ़ा जी के पास अरदास कराई। जो बाबा बुढ़ा जी ने अरदास विच भजन गाए सन, सतगुरु साहब जी उन्हां भजनां नूं इस पावन श्लोक दे विच उचारण कर रहे ने। श्लोक महला पंजवा। पंजवें पातशाह श्री गुरु अर्जन देव महाराज सारंगी वार दा 36वां श्लोक उचार रहे ने। सबे जीव संभाल। सारे जीवां नूं संभालना कर। अपनी मिहर कर। हे परमेश्वर अपनी दया दृष्टि करके सारे जीवां नूं संभालना करो जी। अन्न पानी मोचे उपाय। काल के दुख तो बचाने वास्ते अन्न अनाज बरखा का पानी मुझ बहुता ही पैदा करो जी। दुख दारद भन तार। अति जीवन दा तारत से करके दलितर दा दुख भन्ना करो। इतनी वचन कहन दो ही अरदास सुनी दातार। जद दाता देन वाले परमेश्वर ने अरदास सुनी, होई सिसठ ठार। ता सुनी अरदास स्वामी मेरे, सर्ब कला बन आई प्रगट भाई सगले जुग अंतर गुरु नानक की बढ़ियाई। सारी दुनिया ठंडी हो गई, ठहर गई, शांत हो गई, भाव बरखा पै गई। बाहु कंठ लगाए। जिमें बरखा के नाल सृष्टि ठंडी हो गई है, इसी तरह ही हे परमेश्वर सारियां नूं अपनी अभेद निश्चित रूप गले नाल लगा लेना करो जी। सब हर। अति जमन मरण दी सारी विपता नाश कर देवो जी, मेट देना करो जी। नानक नाम त्याय। सतगुरु श्री गुरु अर्जन देव महाराज कथन करते हैं कि हे परमेश्वर आप जी का सत्संगत रूपी घर सफल है। सो महाराज परमेश्वर के नाम नो त्याग करके ही का सफल घर। प्रभु दे सफल घर की प्राप्ति हो सकती है। जिस परमेश्वर का आप जी का सत्संगत रूपी घर सहज ज्ञान रूपी फल दिए, जिस द्वारा तेरा नाम ध्यान के तेरे स्वरूप की ही प्राप्ति होती है। या हे महाराज जिस परमेश्वर का सचखंड रूप तुरिया पद रूप सफला कर है, ये सहज ज्ञान फल दी है।
ਨਾਮ ਧਿਆਉਣ ਵਾਲੇ, ਨਾਮ ਧਿਆਇਨ ਸਾਜਣਾ ਜਨਮ ਪਦਾਰਥ ਜੀ। ਉਹ ਮਨੁੱਖਾ ਜਨਮ ਰੂਪੀ ਪਦਾਰਥ ਨੂੰ ਜਿੱਤ ਕੇ ਤੇਰੇ ਸਫਲ ਘਰ ਸੱਚਖੰਡ ਦੇ ਵਿੱਚ ਪਹੁੰਚ ਜਾਂਦੇ ਨੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਜਿਵੇਂ ਵਰਖਾ ਪੈਣ ਤੋਂ ਬਾਅਦ ਸਤਿਗੁਰੂ ਜੀ ਵਰਖਾ ਦੇ ਬਰਸਣ ਬਾਬਤ ਕਹਿੰਦੇ ਕਿ ਜਿਸ ਵਕਤ ਪਰਮੇਸ਼ਰ ਨੇ ਹੁਕਮ ਕੀਤਾ ਕਰਤਾਰ, ਜਿਸ ਦੇ ਕਾਰ ਹੱਥਾਂ ਦੇ ਵਿੱਚ ਤਾਰ ਹੁਕਮ ਦੀ ਤਾਰ ਹੈ, ਸੋ ਜਿਤ ਜਿਤ ਲਾਭੋ ਤਿਤ ਤਿਤ ਲਗਣਾ, ਜੀਓ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ। ਉਸ ਨੂੰ ਕਰਤਾਰ ਆਖਿਆ ਮਹਾਰਾਜ ਜੀ ਨੇ। ਸਤਿਗੁਰੂ ਨਾਨਕ ਦੇਵ ਜੀ ਦਾ ਬੋਲਾ ਕਰਤਾਰ ਕਰਤਾਰ ਸੀਗਾ, ਸਤ ਕਰਤਾਰ ਸਤ ਕਰਤਾਰ। ਜਿਸ ਵਕਤ ਕਰਤਾਰ, ਜਿਸ ਦੇ ਨਾਮ ਤੇ ਕਰਤਾਰਪੁਰ ਨਗਰ ਗੁਰੂ ਨਾਨਕ ਸਾਹਿਬ ਜੀ ਨੇ ਵਸਾਇਆ, ਉਸ ਵਾਹਿਗੁਰੂ ਨੇ ਜਦ ਹੁਕਮ ਕੀਤਾ ਤਾਂ ਮੁੱਠੇ ਮੇਘ ਸੁਹਾਵਣੇ ਬੱਦਲ ਆ ਕੇ ਵਰਸਣ ਲੱਗੇ। ਬੱਦਲ ਵਰਸਦੇ ਹੋਏ ਬੜੇ ਹੀ ਸੁੰਦਰ ਲੱਗਦੇ ਹਨ। ਅਗਲੇ ਦਾ ਅਰਥ ਬਹੁਤ ਸਾਰਾ, ਉਸ ਵਰਖਾ ਦੀ ਵਰਸਣੇ ਕਰਕੇ ਬਹੁਤ ਸਾਰਾ ਰਿਜ਼ਕ ਪੈਦਾ ਹੋ ਗਿਆ। ਹਰ ਸਾਰੇ ਸੰਸਾਰ ਜਗਤ ਵਿੱਚੋਂ ਮੀਂਹ ਪੈਣ ਕਾਰਨ ਔੜ ਰੂਪੀ ਤਪਸ਼ ਦੂਰ ਹੋਣ ਕਰਕੇ ਠੰਡ ਪੈ ਗਈ ਹੈ। ਮਨ ਹਰਿਆ ਹੋਇਆ, ਤਨ ਅਤੇ ਮਨ ਪ੍ਰੇਮ ਰੂਪੀ ਹਰਿਆਵਲਤਾ ਦੇ ਸਹਿਤ ਹੋ ਗਿਆ ਹੈ। ਮ੍ਰਤ ਅਗਮ ਅਪਾਰ, ਮਨ ਦੀ ਗਮਤਾ ਤੋਂ ਰਹਿਤ ਤੇ ਅਪਾਰ ਬੇਅੰਤ ਪਰਮੇਸ਼ਰ ਨੂੰ ਸਿਮਰਦਿਆਂ ਗੁਰਮੁਖ ਜਨਾਂ ਦਾ ਜੋ ਸੋ ਮਨ ਖਿੜਿਆ ਹਰਿਆ ਬਾਗ। ਤਨ ਅਤੇ ਜਿਹੜਾ ਮਨ ਹੈ ਉਹ ਪ੍ਰੇਮ ਰੂਪੀ ਹਰਿਆਵਲਤਾ ਦੇ ਸਹਿਤ ਹੋ ਗਿਆ ਹੈ। ਇੰਜ ਬੇਨਤੀ ਕਰਦੇ ਹਨ, ਕਿਰਪਾ ਪ੍ਰਭ ਆਪਣੀ। ਇਹ ਪਰਮੇਸ਼ਰ ਤੂੰ ਆਪਣੀ ਕਿਰਪਾ ਮੇਹਰ ਦ੍ਰਿਸ਼ਟੀ ਕਰ ਕਿਰਪਾ ਕਿਰਪਾਲ ਆਪਣੀ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਈ ਦਇਆ ਕਰੋ ਦਇਆਲ। ਆਪਣੀ ਸਿਫਤ ਦੇਹੋ ਤੇ ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ ਸਿਰਜਣਹਾਰ। ਇਹ ਮਹਾਰਾਜ ਆਪਣੀ ਮਿਹਰ ਕਰ, ਆਪਣੀ ਕਿਰਪਾ ਕਰ। ਇਹ ਜਗਤ ਨੂੰ ਰਚਣ ਵਾਲੇ ਸੱਚੇ ਪਰਮੇਸ਼ਰ ਨੂਰ ਹੈ ਸੋ ਕਰ ਹੈ। ਇਹ ਪਰਮੇਸ਼ਰ ਜੋ ਤੂੰ ਕੀਤਾ ਭਾਵ ਕਰਨਾ ਲੋੜੀਦਾਰ ਤੇ ਚਾਹੁੰਦਾ ਹੈ ਸੋ ਕਰ, ਉਹੀ ਤੂੰ ਕਰਦਾ ਸੀ ਕਰਦਾ ਹੈ ਆਉਣ ਵਾਲੇ ਸਮੇਂ ਵਿੱਚ ਕਰੇਂਗਾ। ਨਾਨਕ ਸਦ ਬਲਿਹਾਰ, ਸਤਿਗੁਰੂ ਸਾਹਿਬ ਜੀ ਕਦਮ ਕਰਦੇ ਨੇ ਕਿ ਮੈਂ ਆਪ ਜੀ ਤੋਂ ਸੈਂਕੜੇ ਵਾਰ ਬਲਿਹਾਰ ਕੁਰਬਾਨ ਜਾਂਦਾ ਹਾਂ। ਇਸੇ ਪ੍ਰਕਾਰ ਇਸ ਪਾਵਨ ਸ਼ਲੋਕ ਦਾ ਅਤੇ ਮਹੱਲੇ ਦਾ ਦੂਸਰਾ ਅੰਤਰੀ ਵਰਤ ਸਰਵਣ ਕਰੋ ਜੀ। ਪਹਿਲਾ ਤਾਂ ਸੀ ਬਾਰਿਸ਼ ਵਾਲਾ, ਵਰਖਾ ਵਾਲਾ, ਅੰਨ ਧਨ ਪੈਦਾ ਕਰਨ ਵਾਲਾ ਔਰ ਸਰੀਰ ਤੇ ਮਨ ਨੂੰ ਠੰਡਾ ਕਰਨ ਵਾਲਾ। ਹੁਣ ਜਿਹੜਾ ਬਦਲ ਹੈ ਉਹ ਗੁਰੂ ਸਾਹਿਬ ਨੂੰ ਦੱਸ ਰਹੇ ਨੇ। ਅੰਤਰੀ ਭਾਵ ਦੇ ਵਿੱਚ ਸਰਵਣ ਕਰੀਏ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਜੀ ਅਸਮਾਲ ਇਹ ਪਰਮੇਸ਼ਰ ਆਪਣੀ ਮਿਹਰ ਕਰ। ਤੂੰ ਆਪਣੀ ਮਿਹਰ ਦਇਆ ਦ੍ਰਿਸ਼ਟੀ ਕਰਕੇ ਸਭਨਾ ਜੀਵਾਂ ਨੂੰ ਪਰਮਾਤਮਾ ਜੋ ਹੈ ਗੁਰੂ ਨਾਨਕ ਸਾਹਿਬ ਰੂਪ ਬਦਲ ਰੂਪ ਹੋ ਗਿਆ ਹੈ।
ਸੋ ਸਤਿਗੁਰੂ ਨਾਨਕ ਦੇਵ ਜੀ ਨੇ ਭਗਤੀ ਦੀ ਵਰਖਾ ਪਾਈ ਹੈ। ਜੋ ਭਗਤੀ ਸਹਿਤ ਗਿਆਨ ਵਾਲੀ ਗੁਰਬਾਣੀ ਦਾ ਕੀਰਤਨ ਕੀਤਾ ਹੈ, ਜਿਹੜਾ ਕੀਰਤਨ ਕੀਤਾ ਹੈ, ਸਮਝ ਲਓ ਬਾਰਿਸ਼ ਪਾਈ ਹੈ। ਜਿਸ ਵਰਖਾ ਹੇਠ ਇਸ਼ਨਾਨ ਕਰਨ ਦੇ ਨਾਲ ਜਿੰਨਾ ਵੀ ਸੋ ਸੜਦਾ ਭੁੱਜਦਾ ਬਲਦਾ ਸੰਸਾਰ ਸੀਗਾ, ਤਪਤ ਮਾਹੇ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ। ਮੇਰ ਦੀ ਦ੍ਰਿਸ਼ਟੀ ਪੈਣ ਦੇ ਨਾਲ ਹੀ ਗੋਡੇ ਰਾਖਸ਼ ਦਾ ਵੇਖੋ ਬਲਦਾ ਹੋਇਆ ਕੜਾਇਆ ਠੰਡਾ ਹੋ ਗਿਆ ਸੀ। ਉੱਥੇ ਕੀਰਤਨ ਨਹੀਂ ਕੀਤਾ, ਦ੍ਰਿਸ਼ਟੀ ਪਾਈ ਹੈ। ਤੇ ਜਿਹੜਾ ਦੀਪਾਲਪੁਰ ਦਾ ਕੋੜੀ ਸੀਗਾ ਨਰੰਗ ਨੂਰਾ ਨਾਮੇ, ਉਹਦੇ ਤੇ ਦ੍ਰਿਸ਼ਟੀ ਵੀ ਪਾਈ ਤੇ ਨਾਲ ਦ੍ਰਿਸ਼ਟੀ ਪੈਣ ਤੋਂ ਜਦ ਉਹਦਾ ਦੁੱਖ ਦੂਰ ਹੋ ਗਿਆ ਤੇ ਜਦ ਦ੍ਰਿਸ਼ਟੀ ਪੈਣ ਤੋਂ ਹਟ ਗਈ, ਕਿਉਂਕਿ ਹਨੇਰਾ ਹੋ ਗਿਆ, ਉਹਨੂੰ ਦਿਖਣੋਂ ਹਟ ਗਿਆ, ਮਹਾਰਾਜ ਦੇ ਦਰਸ਼ਨ ਹੋਣੋਂ ਹਟ ਗਏ ਤੇ ਗੁਰੂ ਜੀ ਦੀ ਨਿਗਾਹ ਪੈਣੋਂ ਹਟ ਗਈ। ਫਿਰ ਉਹਨੇ ਕਿਹਾ ਜੀ ਮੈਨੂੰ ਫਿਰ ਦੁੱਖ ਹੋਇਆ ਹੈ, ਪੱਕਾ ਹੀ ਲੋਕ ਚੁੱਕਦੇ ਹੋ ਜੀ। ਫਿਰ ਮਨ ਨੇ ਕੀਰਤਨ ਕੀਤਾ ਸੀ, ਸ਼ਬਦ ਇੱਕੋ ਹੀ ਪੜਿਆ ਬਸ। ਬਹੁਤਾ ਮਹਾਰਾਜ ਜੀ ਨੇ ਜ਼ਿਆਦਾ ਨਹੀਂ ਵਿਸਤਾਰ ਕੀਤਾ, ਥੋੜੇ ਜੀ ਸਾਰ ਦਿੱਤਾ, ਕਿਉਂਕਿ ਕਲਯੁਗੀ ਜੀਵ ਇੰਨਾ ਸੁਣ ਵੀ ਨਹੀਂ ਸਕਦੇ। ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ, ਸਰੀਰਾਂ 'ਚ ਤਾਕਤ ਵੀ ਨਹੀਂ ਬੈਠਦੀ। ਬੰਦਾ ਐਮਰਜੈਂਸੀ 'ਚ ਹੈ ਤੇ ਉੱਥੇ ਲੰਬਾ ਕੰਮ ਸ਼ੁਰੂ ਕਰਕੇ ਬੈਠ ਜਾਏ, ਉਹਨੇ ਜਿਹਨੂੰ ਦੇ ਬੰਦਾ ਚੜਾਈ ਕਰ ਜੂਗਾ। ਸਿਆਣਾ ਡਾਕਟਰ ਮਿੰਟਾਂ ਸਕਿੰਟਾਂ 'ਚ ਪਹਿਲਾਂ ਦਵਾਈ ਦਿੰਦਾ ਤੇ ਸੋਹਣੇ ਤਰੀਕੇ ਦੇ ਨਾਲ, ਜਿਸ ਤਰ੍ਹਾਂ ਅੱਜ ਕੱਲ੍ਹ ਦਾ ਤਰੀਕਾ ਗਲੂਕੋਜ਼ ਆਦਿ ਲਾ ਕੇ ਥੋੜ੍ਹਾ ਬਹੁਤਾ ਸਰੀਰ 'ਚ ਤਾਕਤ ਆਵੇ ਫਿਰ ਹੀ ਇਲਾਜ ਹੋਊਗਾ। ਇਸ ਤਰ੍ਹਾਂ ਮਹਾਰਾਜ ਨੇ ਐਮਰਜੈਂਸੀ ਦੀ ਤਰ੍ਹਾਂ ਝਟਪਟ ਠੀਕ ਕਰ ਦਿੱਤਾ। ਤਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਕਮੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਤਾਏ। ਰਹਾਉ ਬਹੁਤਾ ਬੋਲਣ ਜਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਜਿਨ ਗਨ ਕੀਤੀ ਅੱਖੀ ਨਾਗ, ਜਿਨ ਜੀਵ ਦਿੱਤੀ ਬੋਲੇ ਤਾਗ, ਜਿਨ ਮਨ ਰੱਖਿਆ ਅਗਨੀ ਪਾਈ, ਵਾਜੈ ਪਉਣੀ ਆਖੈ ਸਭ ਜਾਇ। ਜੀਤਾ ਮੋਹ ਪ੍ਰੀਤ ਸਵਾਰ, ਸੁਭਾ ਕਾਲ ਦਾਗਾ ਦਾਗ, ਦਾਗ ਦੋਸ ਮੋਹਿ ਚਲਿਆ ਲਾਏ, ਦਰਗਹਿ ਬੈਸਣ ਨਾਹੀ ਜਾਇ। ਕਰਮ ਮਿਲੈ ਆਖਣ ਦੀਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੁਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾ ਦਾਰ। ਬਸ ਇੰਨਾ ਕੀ ਸ਼ਬਦ ਕੀਰਤਨ ਕੀਤਾ, ਉਹਦਾ ਸਾਰਾ ਹੀ ਰੋਗ ਕੋਟ ਦਾ ਚੁੱਕ ਦਿੱਤਾ। ਮਹਾਰਾਜ ਸਾਡੇ ਤੇ ਵੀ ਮਿਹਰ ਕਰ, ਸਾਡੇ ਤੇ ਵੀ ਕਿਰਪਾ ਕਰ ਜੀ। ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਇੱਕ ਡੱਗੀ ਵਾਲੇ ਵਪਾਰੀ ਦੀ ਕਿਰਪਾ ਦੀ ਨਜ਼ਰ ਪਾਈ, ਨਾਨਕ ਨਜ਼ਰੀ ਨਜ਼ਰ ਨਿਹਾਰ। ਬਸ ਉਹਨੂੰ ਇੰਨਾ ਹੀ ਪੁੱਛਿਆ ਕਿ ਆ ਵੱਡਾ ਕਿੰਨੇ ਦਾ? ਕਹਿੰਦਾ ਜੀ ਆ ਸ਼ੇਰ ਦਾ, 2 ਸ਼ੇਰ ਦਾ, ਜੋ ਆਪਦੇ ਘਰ ਕਮਲਾ 'ਚ ਫੜਿਆ, ਜਿਹਦੇ ਬਾਬਤ ਤੁਸੀਂ ਪੁੱਛ ਰਹੇ ਹੋ, ਇੱਕ ਪਾਈਆ ਦਾ। ਮਾਰੇ ਕਹਿੰਦੇ ਤੁਹਾਨੂੰ ਪਾਈਆ, ਜਿਹਨੇ ਆਪਣਾ ਨਾਮ ਪਾਈਆ ਰਖਾਇਆ। ਮੈਂ ਸਿੰਘ ਸਾਹਿਬ ਬਣਨਾ ਚਾਹੁੰਦਾ, ਸਿੰਘ ਸਾਹਿਬ ਗਿਆਨੀ ਫਲਾਣਾ ਸਿੰਘ, ਕੋਈ ਇੰਜੀਨੀਅਰ, ਕੋਈ ਡਾਕਟਰ। ਆਪਦੇ ਨਾਮ ਨਾਲ ਅਸੀਂ ਡਿਗਰੀਆਂ ਲਵਾਉਂਦੇ। ਆ ਵੋਟਾਂ ਦਾ ਕੰਮ ਚੱਲ ਰਿਹਾ, ਬਹੁਤਾ ਹੀ ਪ੍ਰਚਾਰ ਹੋ ਰਿਹਾ। ਆਪਦੇ ਮੂੰਹ ਤੋਂ ਮੀਆਂ ਮਿੱਠੂ ਬਣਦੇ ਆ, ਦੂਜੇ ਤਾਂ ਸਾਡੀ ਨਿੰਦਿਆ ਕਰਦੇ ਨੇ, ਇਹਦਾ ਸ਼ਰਾਬ ਪੀਂਦਾ ਜੀ, ਇਹਦਾ ਖਾ ਗਿਆ ਜੀ, ਇਹਦਾ ਲੁੱਟ ਮਾਰ ਕਰ ਗਿਆ ਜੀ। ਅਸੀਂ ਆਪਦੇ ਮੂੰਹ ਕਹਿੰਦੇ ਆ ਆਪਾਂ ਕੀਤਾ, ਪਾਉ ਕੀਤਾ। ਕੋਈ ਛੋਟਾ ਬਣਨਾ ਚਾਹੁੰਦਾ? ਬਿਲਕੁਲ ਨਹੀਂ, ਛੋਟਾ ਤਾਂ ਕੋਈ ਬਣਦਾ ਹੀ ਨਹੀਂ ਹੈ। ਇਸ ਵਾਸਤੇ ਜਿਹੜੀ ਚੀਜ਼ੀ ਉਂਗਲ ਹੈ, ਭਾਈ ਗੁਰਦਾਸ ਜੀ ਨੇ ਆਖਿਆ ਵੀ ਸੋਨੇ ਦੀ ਛਾਪ ਉਹ ਛੋਟੀ ਉਂਗਲ ਹੀ ਪੈਂਦੀ ਹੈ। ਪਾਣੀ ਚੱਲਿਆ ਵਿਮਾਨ ਨੂੰ, ਪਾਣੀ ਦਾ ਫਲੋ ਜਿਹੜਾ ਨੀਵੇਂ ਪਾਸੇ ਚੱਲਦਾ, ਤੇ ਪੈਰਾਂ ਉੱਪਰ ਸੀਸ ਨਵਾਇਆ।
ਜਿਹੜਾ ਮੱਥਾ ਲੋਕ ਟੇਕਦੇ ਨੇ ਉਹ ਕਦੀ ਵੀ ਕਿਸੇ ਦੇ ਮੂੰਹ ਨੂੰ ਕਿਸੇ ਨੂੰ ਥੋੜਾ ਟੇਕਿਆ। ਲੋਕੀ ਕੋਡੀ ਹੱਥ ਲਾਉਂਦੇ ਨੇ, ਪੈਰਾਂ ਦੇ ਮੱਥਾ ਟੇਕਦੇ ਨੇ। ਇਸ ਵਾਸਤੇ ਮਹਾਰਾਜ ਨੇ ਬਸ ਕੋਈ ਗੱਲ ਕਹੀ ਵੀ ਧੰਨ ਬਾਈ ਜਿਹਨੇ ਆਪਣਾ ਨਾਮ ਪਾਈਆ ਰਖਾਇਆ। ਮਤਲਬ ਕਹਿਣ ਦਾ ਕਿ ਗੁਰੂ ਸਾਹਿਬ ਨੇ ਨਿਮਰਤਾ ਦਾ ਉਪਦੇਸ਼ ਦਿੱਤਾ। ਟਰਾਲੀਆਂ ਦੇ ਲਿਖਿਆ ਹੁੰਦਾ ਨਾਨਕ ਨੀਵਾਂ ਜੋ ਚੱਲਿਆ ਲੱਗੇ ਨਾ ਤਾਤੀ ਵਾ। ਭਾਵੇਂ ਗੁਰਬਾਣੀ ਨਹੀਂ ਹੈ ਪਰ ਹੈ ਗੁਰੂ ਸਾਹਿਬ ਦੀ ਗੁਰਬਾਣੀ ਦਾ ਸਿਧਾਂਤ। ਨਿਵੇਂ ਸੋ ਗੌਰਾ ਹੋਏ, ਇਹਦੇ ਅਰਥਾਂ ਵਾਲੀ ਇਹ ਪੰਕਤੀ ਹੈ। ਜਿਹੜਾ ਨਿਉਂਦਾ ਹੈ ਤਕੜੀ ਦਾ ਸ਼ਾਬਾ ਹਮੇਸ਼ਾ ਹੀ ਜਿਹੜਾ ਨਿਉਂਦਾ ਨੂੰ ਭਾਰਾ ਮੰਨਿਆ ਜਾਂਦਾ ਹੈ। ਤੇ ਆਪਾਂ ਸਮਝਦੇ ਹਾਂ ਕਿ ਜੇ ਆਪਾਂ ਮਾਫੀ ਮੰਗ ਲਈ ਆਪਾਂ ਅਕਾਲ ਤਖਤ ਤੇ ਕਿਉਂ ਜਾਈਏ, ਅਸੀਂ ਹੈ ਜੇ ਅਸੀਂ ਹੋ ਜੀ। ਤੇ ਜਿੰਨਾ ਕਿ ਹੱਥ ਜੋੜ ਕੇ ਮਾਫੀ ਮੰਗਣੀ ਉਹ ਤਾਂ ਇਸ ਤਰ੍ਹਾਂ ਦੀ ਉਸ ਤਰ੍ਹਾਂ ਦੀ। ਅਕਾਲ ਤਖਤ ਕੀ ਹੈ ਜੀ? ਕਈ ਤਾਂ ਮੇਰੀ ਵਰਗੀ ਮੂਰਖੀ ਨੂੰ ਤਾਂ ਬਿਲਡਿੰਗ ਹੈ ਜੀ, ਉੱਥੇ ਤਾਂ ਫਲਾਣਾ ਕੰਮ ਹੋਇਆ ਜੀ। ਗੁਰੂ ਘਰ ਦੇ ਵਿੱਚ ਮਹਾਰਾਜ ਦੇ ਸਥਾਨ ਦੇ ਵਿੱਚ ਉੱਪਰ ਕੋਈ ਫਰਕ ਨਹੀਂ। ਇਹ ਤੇ ਮਹਾਰਾਜ ਦੀ ਕਿਰਪਾ ਹੁੰਦੀ ਹੈ। ਅਸੀਂ ਕੋਈ ਜਥੇਦਾਰ ਬਣ ਗਏ, ਤੁਸੀਂ ਵੀ ਬਣ ਕੇ ਦਿਖਾਓ। ਜੇ ਕੋਈ ਕਿਸੇ ਨੂੰ ਬਣਾਉਂਦਾ ਹੈ ਤਾਂ ਬਣ ਕੇ ਦਿਖਾਓ। ਕੋਈ ਪੈਸੇ ਨਾਲ ਨਹੀਂ ਬਣ ਸਕਦਾ। ਇਹ ਤਾਂ ਪਰਮਾਤਮਾ ਦੀ ਵਿਧੀ ਬਣਦੀ ਹੈ। ਜਿਹੜਾ ਕੋਈ ਸਪੋਰਟ ਕਰ ਲੈਂਦਾ ਉਹ ਵੀ ਵਾਹਿਗੁਰੂ ਵੱਲੋਂ ਹੀ ਹੈ। ਕਿਸੇ ਦਾ ਮਨ ਪ੍ਰੇਰ ਦੇਣਾ। ਇਸ ਵਾਸਤੇ ਜੇ ਆਪਾਂ ਕਹੀਏ ਵੀ ਆਪਾਂ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਗੱਲ ਕਰਦੇ ਹਾਂ। ਹੰਕਾਰ ਹੈ, ਹਉਮੈ ਨੂੰ ਪੱਠੇ ਪਾਉਣੇ। ਕਥਾ ਕਰਕੇ ਵੀ ਤਾਂ ਮਾਫੀ ਮੰਗੀ ਦੀ ਹੋਈ ਹੈ। ਗੁਰਦੁਆਰੇ ਆ ਕੇ ਵੀ ਹੱਥ ਜੋੜ ਕੇ ਅਰਦਾਸ ਕਰੀ ਦੀ ਹੋਈ ਹੈ। ਉਹੀ ਤਾਂ ਗੁਰੂ ਗ੍ਰੰਥ ਸਾਹਿਬ ਉੱਥੇ ਅਰਦਾਸੀਏ ਨੂੰ ਵੀ ਤਾਂ ਕਹੀਦਾ ਵੀ ਸਾਡੀ ਮਾਫੀ ਮੰਗੋ ਜੀ ਭੁੱਲਾਂ ਚੁੱਕਾਂ ਨੇ। ਜੇ ਆਪਾਂ ਅਰਦਾਸੀਏ ਮੰਨ ਲਈਏ ਸੇਵਾਦਾਰ ਨੂੰ, ਅਰਦਾਸ ਤਾਂ ਗੁਰੂ ਜੀ ਦੇ ਚਰਨਾਂ 'ਚ ਕਰਨੀ, ਮਾਫੀ ਤਾਂ ਮਹਾਰਾਜ ਤੋਂ ਮੰਗਣੀ। ਕਿੰਨਾ ਕੁ ਇਹਦੇ ਵਿੱਚ ਗੁਨਾਹ ਹੈ ਭਾਈ। ਬਿਨਾਂ ਹੀ ਗਲਤੀ ਤੋਂ ਮਾਫੀ ਮੰਗਣ ਦੀ ਮਰਜ਼ਾਦਾ ਤੇ ਜੇ ਗਲਤੀ ਹੋ ਗਈ ਹੈ ਇਹਦੇ ਵਿੱਚ ਕੋਈ ਗੁਨਾਹ ਤਾਂ ਨਹੀਂ। ਮਾਫੀ ਮੰਗਣੀ ਤਾਂ ਨਿਮਰਤਾ ਦੀ ਨਿਸ਼ਾਨੀ ਹੈ। ਇਸ ਲਈ ਮਹਾਂਪੁਰਖਾਂ ਦਾ ਸਿਧਾਂਤ ਹੈ ਵੀ ਗਲਤੀ ਭਾਵੇਂ ਨਾ ਵੀ ਹੋਈ ਹੋਏ, ਜੇ ਮਾਫੀ ਮੰਗ ਲਓ ਤੇ ਅਗਲੇ ਦਾ ਹਿਰਦਾ ਸ਼ਾਂਤ ਹੋ ਜਾਂਦਾ, ਲੜਾਈ ਉਸੇ ਵਕਤ ਹੀ ਖਤਮ ਹੋ ਜਾਂਦੀ। ਸੋ ਨਿਵੇਂ ਸੋ ਗੌਰਾ ਹੋਏ, ਜਿਹੜਾ ਨਿਉਂਦਾ ਸੋ ਭਾਰਾ ਹੁੰਦਾ ਹੈ। ਕਿਰਪਾ ਦ੍ਰਿਸ਼ਟੀ ਸਾਡੇ ਤੇ ਕਿਉਂ ਨਹੀਂ ਹੁੰਦੀ? ਸਾਡੀ ਸਾਰੀ ਉਮਰ ਹੀ ਲੰਘ ਗਈ ਗੁਰੂ ਘਰ ਆਉਂਦਿਆਂ ਸੇਵਾ ਕਰਦਿਆਂ, ਪਰ ਫਿਰ ਵੀ ਸਾਡੀ ਅਵਸਥਾ ਚੇਂਜ ਕਿਉਂ ਨਹੀਂ ਹੋਈ? ਕਿਉਂਕਿ ਸਾਡਾ ਜਿਹੜਾ ਮਨ ਹੈ, ਮਾਨਸਿਕ ਸਥਿਤੀ ਹੈ, ਇਹ ਟੱਪਣੇ ਤੇ ਚੜੀ ਹੋਈ ਹੈ। ਮਹਾਰਾਜ ਦੀ ਕਿਰਪਾ ਤਾਂ ਨੀਵਿਆਂ ਤੇ ਹੁੰਦੀ ਹੈ। ਗੁਰੂ ਜੀ ਨੇ ਆਖਿਆ ਨਾਨਕ ਤਨ ਮੇਰਾ ਸੰਗ ਸਾਥ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਮਤ ਨੀਚ। ਨਾਨਕ ਤਨ ਮੇਰਾ ਸੰਗ ਸਾਥ, ਵੱਡਿਆ ਸਿਉ ਕਿਆ ਨੀਚ। ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਆਪਾਂ ਤਾਂ ਗੁਰੂ ਘਰ ਦੇ ਵਿੱਚ ਕਈ ਮੇਰੇ ਵਰਗੇ ਸਰੋਪੇ ਤੋਂ ਗੁੱਸੇ ਹੋ ਜਾਂਦੇ, ਉਹਨਾਂ ਨੇ ਸਾਨੂੰ ਸਰੋਪਾ ਨਹੀਂ ਪਾਇਆ। ਮਤਲਬ ਕਹਿਣ ਦਾ ਵੀ ਜੇ ਪੈ ਜਾਂਦਾ ਕਿ ਅਸੀਂ ਆਪਣੇ ਆਪ ਨੂੰ ਵੱਡਾ ਪੇਸ਼ ਕਰਦੇ ਕਿ ਅਸੀਂ ਵੱਡੇ। ਗੁਰੂ ਘਰ ਦੇ ਵਿੱਚ ਆ ਕੇ ਇਹ ਕਾਹਦੀ ਵਡਿਆਈ ਹੈ? ਇਹ ਤਾਂ ਹੰਕਾਰ ਹੈ। ਇਸ ਵਾਸਤੇ ਜਿਹਨੂੰ ਮਹਾਰਾਜ ਸੁਤੇ ਸੇ ਦੀ ਕਿਰਪਾ ਕਰ ਬਖਸ਼ਿਸ਼ ਦੇਣ, ਅਸਲੀ ਸਰੂਪ ਉਹ ਤਾਂ ਹੋ ਰਹੀ ਹੈ। ਜਿਹੜਾ ਪੈਸੇ ਦੇ ਕੇ ਜਾਂ ਮੰਗ ਕੇ ਲਿਆ ਉਹ ਤਾਂ ਜ਼ਬਰਦਸਤੀ ਉਹ ਬਖਸ਼ਿਸ਼ ਨਹੀਂ ਹੋਈ। ਬਖਸ਼ਿਸ਼ ਤਾਂ ਮਹਾਰਾਜ ਆਪ ਦੀ ਮਰਜ਼ੀ ਨਾਲ ਕਰਦੇ ਨੇ। ਬਖਸ਼ੀਸ਼ ਵਜੋਂ ਮਿਲ ਇੱਕ ਨਾਮ। ਇਸ ਲਈ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਜਿਹੜੀ ਭਾਈ ਗੱਲ ਇੱਥੇ ਕੀਤੀ ਸੀ ਸਾਰੀ ਉਮਰ ਆਪਦੇ ਚਰਨਾਂ 'ਚ ਰੱਖਿਆ, ਭਾਈ ਮਰਦਾਨੇ ਨੇ ਕੀਤੀ। ਸੋ ਸੱਚੇ ਪਾਤਸ਼ਾਹ ਜਿਹਨੂੰ ਕੀਰਤਨ ਦਾ ਸਮਾਂ ਆਪਣੀ ਬਖਸ਼ਿਆ, 5 ਮਿੰਟ ਗੁਰਦੁਆਰੇ ਲੈਣੇ ਔਖੇ ਨੇ, 100 ਫੋਨ ਘੁਮਾਉਣੇ ਪੈਂਦੇ, 100 ਦੇ ਤਰਲੇ ਮਾਰਨੇ ਪੈਂਦੇ, ਇਹ ਕਿਤੇ ਜਾ ਕੇ ਟਾਈਮ ਨਹੀਂ। ਇਹ ਸਾਰੀ ਉਮਰ ਹੀ ਵੇਖੋ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਵਧਾਇਆ ਦਿੱਤੀ। ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹਰਿਮੰਦਰ ਸਾਹਿਬ ਟਾਈਮ ਲੈ ਕੇ ਦਿਖਾਈ। ਹਜ਼ਾਰਾਂ ਵਾਰੀ ਫਤਿਹ ਬੁਲਾਓ, 100 ਵਾਰ ਤਰਨਾ ਮਾਰੋ, ਫਿਰ ਵੀ ਟਾਈਮ ਨਹੀਂ ਮਿਲਦਾ। ਇਸ ਵਾਸਤੇ
सतगुरु की कृपा होती है, यही कृपा की निशानी है। सेवा का ते सिमरन का मौका मिलना। महाराज जिहड़ी कृपा आपने ठगी वाले व्यापारी ते मिंटां सकिंटां जी ने हाल कर दिता, ऐसी कृपा साडे ते भी करो जी। श्री गुरु हरगोबिंद साहब जी ने जिहड़ा लला बेग सीगा, ਉਹਦਾ ਹਸਨ ਖਾਨ ਦੂਰ ਤੇ ਕੁੱਟ ਖਾ ਕੇ ਆਇਆ CCID ਵਾਲਾ, ਪਹਿਲਾਂ ਦਾ ਉਹਨੂੰ ਫੜ ਕੇ ਮਾਰੇ ਨੇ ਬਖਸ਼ ਕੇ ਤੋੜ ਦਿੱਤਾ ਵੀ ਜਾ ਜੋ ਦੇਖਿਆ ਉਹ ਦੱਸ ਦੇ। ਜਦ ਉਹਨੇ ਮਾਰੇ ਦੀ ਉਸਤਤੀ ਕੀਤੀ ਤੇ ਲਾਲਾ ਬੇਗ ਨੇ ਉਹਨੂੰ ਠੁੱਡੇ ਮਾਰੇ, ਉਹਦੀ ਬੇਦਬੀ ਕਰਕੇ ਉਹਦਾ ਨੱਕ ਮੂੰਹ ਚੋਂ ਖੂਨ ਕੱਢ ਕੇ ਉਹਨੂੰ ਧੱਕੇ ਮਾਰ ਕੇ ਕੱਢ ਦਿੱਤਾ। ਫਿਰ ਉਹ ਮਾਰੇ ਦੇ ਚਰਨਾਂ ਜਾ ਕੇ ਰੋਇਆ ਤੇ ਸਤਿਗੁਰੂ ਜੀ ਨੇ ਇਹੋ ਜਿਹੀ ਕਿਰਪਾ ਕੀਤੀ, ਮਾਰੇ ਉਹਦੀ ਫਿਕਰ ਨਾ ਕਰ। कोई गल कही कि महाराज मैं तेरा, वो नानक ने तेरी नजर ने हार कर दिया। आखिया ये लला बेग इशारा करके दस दे भी है किथे ते कौन, साडा काम जानी ते असी जानी, तेनों असी काबू दा सुक्का बना के इत्थों तुरांगे। लला बेग नूं खत्म कर देना। ये मन ने महो जिहा वर दिता, ये शाह जाने जाने सारे सोचिया भी बड़ा सियाणा बंदा सी। कहंदा जी लला बेग मेरे आखे नहीं लगा, ठंड दे नाल ते भुख दे नाल थकी ते ठरी हुई फौज नूं एक अग दे विच जंग दी अग विच झोंक दिता। गुरु जी दी फौज उत्साहित सी, उन्हां जंग जित लिया। तो महाराज सच्चे पातशाह दी कृपा होई, शाहजहान ने उन्होंने उत्थों ही सूबेदार बना के तोड़ दिया। ऐसी कृपा कलगीधर महाराज ने बीबी नसीरा बेगम जिहड़ी पीर बुद्धू शाह दी भैण सी, ਉਹਦੇ ਭਰਾ ਨੂੰ ਜਿਹੜਾ 10,000 ਫੌਜ ਦਾ ਕਮਾਂਡਰ ਬਣ ਕੇ ਆਇਆ, ਔਰ ਉਹਦੇ ਮਨ ਦੀ ਤਮੰਨਾ ਸੀ ਕਿ ਜੇ ਮੈਂ 11 ਦਰਸ਼ਨ ਕੀਤੇ ਤਾਂ ਸਾਰੀ ਮੇਰੀ ਨਿੰਦਿਆ ਕਰਨਗੇ ਕਿ ਆਇਆ ਜੰਗ ਕਰਨ ਲਈ ਤੇ ਡਰਪੋਕ ਬਣ ਗਿਆ। ਇਹ ਸੱਚਮੁੱਚ ਹੀ ਗੁਰੂ ਜੀ ਅੰਤਰਜਾਮੀ ਨੇ। ਤਾਂ ਜੰਗ ਵਿੱਚ ਦਰਸ਼ਨ ਦੇ ਤਾਂ ਕਲਗੀਧਰ ਨੇ ਮੱਚੀ ਹੋਈ ਜੰਗ ਦੇ ਵਿੱਚ ਉਹਨੂੰ ਦਰਸ਼ਨ ਦੇ ਕੇ ਆਖਿਆ ਕਿ ਵਾਰ ਕਰ। ਉਹਦਾ ਨਾਮ ਸੀ ਸੈਦ ਖਾਨ। ਕਹਿਣ ਲੱਗਾ ਜੀ ਮੈਨੂੰ ਵਾਰ ਕਰਨ ਨੂੰ ਆਪਨੇ ਛੱਡਿਆ ਹੀ ਨਹੀਂ। ਅਰੇ ਕਮਲਾ ਹੋ ਗਿਆ, ਦਿੱਲੀ ਤੋਂ ਕੀ ਤੂੰ ਪ੍ਰਾਣ ਕਰਕੇ ਆਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਪਕੜ ਕੇ ਲਿਆਵਾਂਗਾ। ਵਾਰ ਕਰ, ਗਿੱਦੜ ਨਾ ਬਣ, ਡਰਪੋਕ ਨਾ ਬਣ, ਸੂਰਮਾ ਬਣ। ਕਹਿਣ ਲੱਗਾ ਮਹਾਰਾਜ ਮੈਂ ਨਹੀਂ ਵਾਰ ਕਰ ਸਕਦਾ। आपकी रघु जी कृपा भरी निगाह पई, जिस तरह का मैं सुनिया सी, जैसा सतगुरु सुनीदा तैसो ही मैं ढीठ, ਉਹਦੀ ਮੈਂ 1000 गुना ਵੱਧ मैं आपके दर्शन कीते। मेरे जाने प्रभाव पिया कि मेरा मन प्रेम लगो मन तीर। मेरे अमरी बेदन हर प्रभ जानना मेरे मन अंतर की भी सच्चे पातशाह जो आपने प्रेम के तीर मारे ने, ਉਹਦੇ ਨਾਲ मैं घायल होके डिग गया। मैं तो उठण जोगा नहीं रहा, मैं हथियार की चलाना, मैं तो आपकी संभाल नहीं कर सकता जी। महाराज आपके प्रेम के तीर लगन के नाल मेरा मन घायल हो गया। मैं आप जी का श्रद्धालु हां, आप मेरे ते कृपा करो। इतिहास सतगुरु महाराज के चरणों से मत्था जो उन्होंने लाया, नानक नदी नजर निहाल। देखो गुरु गोबिंद सिंह सच्चे पातशाह ਨੂੰ ਲੋਕ ਵੀਰ ਅਸੀਂ ਕਹਿੰਦੇ, ਇੰਨੀ ਮੂਰਖ ਦੁਨੀਆ। ਵੀਰ ਰਸਤੇ ਵਿੱਚ ਤੇ ਕ੍ਰੋਧ ਵਿੱਚ ਫਰਕ ਹੁੰਦਾ ਹੈ। ਕਦੀ ਮਹਾਰਾਜ ਨੇ ਮੱਥੇ ਤੇ ਥੋੜੀ ਨਹੀਂ ਸੀ ਪਾਈ। ਵੀਰ ਰਸਤੇ ਵਿੱਚ ਆਉਂਦੇ ਸੀ, ਵਾਰ ਕਰਨ ਦਾ ਮੌਕਾ ਦਿੰਦੇ ਸੀ ਤੇ ਸੂਰਮ ਗਤੀ ਦੇ ਨਾਲ ਮਹਾਰਾਜ ਨੇ ਸੂਰਮਿਆਂ ਦੀ ਕਲਿਆਣ ਕੀਤੀ ਹੈ ਔਰ ਯੁੱਧ ਕਰਨ ਦੀ ਜਾਚ ਸਿਖਾਈ ਹੈ। ਜਦੋਂ ਢਾਡੀ ਵਾਰਾਂ ਗਾਉਂਦੇ ਨੇ ਤੇ ਕੀ ਕਹਿੰਦੇ ਨੇ ਬੜਾ ये लला बेग वार इंज नहीं इंज करे, मतलब बंदे मारे नहीं, उन्होंने जाच सिखाई है कि किस तरह युद्ध करिए। कहने का मतलब भी डर के ते या किसी से वार करके भजीदा नहीं, बकायदा खड़ के बहादुर सुरम गति के नाल जे किसी से वार किया तो उन्होंने सहारीदा भी है। इस तरीके के नाल बहादुरी नाल मारे ने जंग करने का तरीका दस्या। किसी के दबके तो डर जाना या घबरा जाना डरपोक की जिंदगी नहीं।
जे जीवन पतलती जाए सब हराम जेता कुछ है जो ਤੁਹਾਡੇ ਨਾਲ ਅੱਖਾਂ ਦਿਖਾ ਰਿਹਾ ਤੁਹਾਡੇ ਤੇ ਰੋਹ ਪਾ ਰਿਹਾ ਮਾੜਾ ਜਿਹਾ ਕੱਚਾ ਢਾ ਦੇ ਕੇ ਬਸ ਕਰੋ ਜੇਕਰ ਨਿਗਾਹ ਪਾ ਕੇ ਵੇਖ ਹੀ ਲਓ ਬੋਲਣ ਦੀ ਅਗਲਾ 50% ਤਾਂ ਉਸੇ ਵਕਤ ਹੀ ਖਤਮ ਹੋ ਜਾਂਦਾ ਠਠੰਬਰ ਜਾਂਦਾ ਲੋਕ ਦੁਨੀਆ ਦਾਦਿਆਂ ਨੂੰ ਡਰਾਉਂਦੀ ਆ ਮੈਂ ਨਿਆਣੇ ਨੂੰ ਸਮਝਾਉਂਦਾ ਵੀ ਬੱਚਿਓ ਪੁੱਤਾਂ ਤੁਹਾਡੇ ਮਗਰ ਭੱਜੇ ਤੇ ਭੱਜਣ ਦੀ ਲੋੜ ਨਹੀਂ ਤੁਸੀਂ ਕਿਤੇ ਵੇਖੋ ਸਾਈਕਲ ਸਕੂਟਰ ਪੁੱਤਾਂ ਤੁਹਾਡੇ ਮਗਰ ਕੋਈ ਬ੍ਰੇਕ ਮਾਰ ਕੇ ਭੱਜੋਗੇ ਤੇ ਮਗਰ ਦੁਨੀਆ ਭੱਜੋ ਜੇ ਖੜ ਜਾਓਗੇ ਤੇ ਡਰਾਉਣ ਵਾਲੇ ਡਰ ਜਾਣਗੇ ਇਸ ਲਈ ਡਰਨਾ ਨਹੀਂ ਮਹਾਰਾਜ ਨੇ ਕਿਰਪਾਨ ਹੋਏ ਅੰਮ੍ਰਿਤ ਛਕਾਇਆ ਮੈਂ ਕਾਹੂ ਕੋ ਦੇਤ ਨ ਮੈਂ ਮਾਨ ਧਿਆਨ ਕਹੋ ਨਾਨਕ ਸੁਨ ਰੇ ਮਨ ਗਿਆਨੀ ਦਾ ਇਹ ਬਖਾਨ ਇਹ ਦੁਨੀਆ ਦਾ ਵਸ ਪਏ ਉਹ ਤਾਂ ਰਾਤੋਂ ਰਾਤ ਹੀ ਖਤਮ ਕਰ ਦੇਣ ਦਿਨ ਚੜ ਨਹੀਂ ਦਿੰਦੇ ਕਹਿਣ ਵੀ ਅਸੀਂ ਰੋਟੀ ਖਾਈਏ ਦੂਜਾ ਦਾ ਵੀ ਗੁਰਕੀ ਮੂੰਹ ਚ ਨਾ ਪਾਏ ਲੋਕ ਤਾਂ ਭੁੱਖੇ ਮਾਰਦੇ ਕਹਿੰਦੇ ਤਾਂ ਜ਼ਿੰਦਗੀ ਜੀ ਹੋਈ ਹੈ ਸੋਹਣੀ ਬੜੀ ਦਸਤਾਰ ਸਜਾ ਕੇ ਪਰਲੇ ਵਾਲੀ ਐਨ ਖੰਡੇ ਚੱਕਰ ਤੇ ਚੜ੍ਹਦੀ ਕਲਾ ਨਾਲ ਚੌਂਕੜਾ ਮਾਰ ਕੇ ਸਰਦਾਰ ਰਾਮਪੁਰਾ ਦਾ ਹੱਥ ਆਪਦੇ ਹਿੱਸੇ ਨੂੰ ਲੈ ਕੇ ਪ੍ਰਾਪਤ ਕਰਦੇ ਰੱਜ ਕੇ ਖਾਓ ਕੀ ਬਾਤ ਹੋ ਨਾ ਦਾਨਾ ਕਿਉਂ ਦਿਖਾਰੇ ਛੱਡੋ ਠੀਕ ਹੈ ਕਿਸੇ ਕੋਲ ਮਾਇਆ ਹੈ ਟਰੈਕਟਰ ਟਰਾਲੀ ਹੈ ਜਾਂ ਕਾਰਾਂ ਨੇ ਗੱਡੀਆਂ ਮੋਟਰਾਂ ਪੈਲੀ ਬੰਨਾ ਉਹਨੂੰ ਮੁਬਾਰਕ ਹੈ ਸਾਨੂੰ ਕਿਸੇ ਨੇ ਕੀ ਦਿੱਤਾ ਅਗਲਾ ਆਪਣੇ ਘਰ ਰਾਜੀ ਹੈ ਜੇ ਤੂੰ ਲੈਣ ਲਾੜ ਹੈ ਜਾਂ ਲਾੜੇਦਾਰ ਹੈ ਜਾਂ ਨੰਬਰਦਾਰ ਹੈ ਜਾਂ ਪੰਜ ਸਰਪੰਚ ਆਪਣੇ ਘਰ ਹੋ ਜਾਣਾ ਸਾਡਾ ਤਾਂ ਗੁਰਦੁਆਰਾ ਜਿੰਦਾਬਾਦ ਸੇਵਾ ਕਰਾਂਗੇ ਕਰਕੇ ਖਾਣਾ ਇਸ ਵਾਸਤੇ ਦਾਦਾ ਕਾ ਤੂੰ ਜਦ ਗਲਤੀ ਕੀਤੀ ਹੋਈ ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਜਿੰਨੇ ਜੰਗ ਦੇ ਵਿੱਚ ਹੀ ਵੇਖੋ ਸੈਦ ਖਾਨ ਨੂੰ ਕਿਰਪਾ ਕਰਕੇ ਬ੍ਰਹਮ ਗਿਆਨ ਦੀ ਕੋਸ਼ਿਸ਼ ਕੀਤੀ ਉੱਥੇ ਇਤਿਹਾਸ ਹੋ ਗਿਆ ਉਹ ਵਿਰਾਗਮਨ ਹੋ ਪਹਾੜੀਆਂ ਨੂੰ ਚੜ੍ਹ ਗਿਆ ਸੀਗਾ ਸਾਰੀ ਉਮਰ ਉਹਨੇ ਬ੍ਰਹਮ ਗਿਆਨ ਦੇ ਆਨੰਦ ਵਿੱਚ ਨਾਮ ਜਪਦੇ ਤਾਂ ਉਹ ਜੀ ਸਾਡੇ ਗੁਰੂ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਵਾਜ਼ੇ ਅੱਗੇ ਕੋੜੀਆਂ ਦੀਆਂ ਦੁਖੀ ਬੰਦਿਆਂ ਦੀਆਂ ਲੈਣਾ ਲੱਗੀਆਂ ਰਹਿੰਦੀਆਂ ਜਦ ਮਹਾਰਾਜ ਅੰਮ੍ਰਿਤ ਵੇਲੇ ਨੇ दरवाजा खोल दे उसे वक्त ही नानक नदरी नदर निहाल कृपा कटाक्ष अवलोकन जिन्हों दास का दुख बिदारे सारे दे दुख दूर कर देंगे और नौ बनो हो जाए दुनिया से खड़ गई श्री गुरु हरिकृष्ण साहब जी बाबत दिल्ली की संगत अज तक उसे महाराज को याद करती थी चुबच्चा साहब थे वो हाथ में जल फट के खड़े होंगे उस जल के नाल महाराज ने मरी जी बीमारी दूर की सी अज भी महाराज के घर कृपा गुरु साहब जी की दुख भंजनी मेरी हेठ इशनान करके बीबी रजनी का कोड़ी कुछ ठीक हो गया दुख भंजन का नाम जी दुख भंजन का नाम इसका शब्द पावना वालियां दी महाराज निगाह बंदे ने श्री गुरु अंगद देव जी की स्तुति करते हैं ये लिखी है हमें दृष्टि शुभ करे हरे अप पाप सकल मन काम क्रोध या लोभ मोह बस करे सब बल सब सदा सुख मन बसै दुख संसार है खोवे गुर नमन दरियाव जन्म काल होवे सुख हो रन गुर सेविय अहनस सहज सुभाए दर्शन परसे गुरु के जन्म मरण दुख जाए श्लोक महला पंजवें पातशाह धन श्री गुरु अर्जन देव साहब जी महाराज श्लोक दे विच अंतरी अर्थ बख्शिश कर रहे हैं सबे जी संभाल सबना जीवां नूं हे महाराज आप कृपा करके संभालना करो अपनी मेहर कर तू अपनी मेहर दया दृष्टि करके सबना जीवां नूं प्रेमा भगती रू बरखा दे नाल सबज हरे करके संभालना कर सो हर मन तन वसिया सोई जय जयकार करे सब कोई
हर का नाम ध्याई कर हो हरिया भाई। ऐसी शुभ गुण दी हरि आवलता बख्शिश कर। अन्न पानी मुझ उपाए शुभ गुण रूपी अन्न अनाज ते प्रेम रूप पानी बहुत सारा पैदा करना करो जी। दुख दालत भन तर अति तर अतिशय करके जमन मरण का दुख अति अविद्या रूप दरिद्र नो भनना करो। अरदास सुनी दातार जिस वक्त दाता दे माले परमेश्वर ने अरजोई अरदास सुन लई तद श्री गुरु नानक देव जी महाराज आप नारायण कलातार जग में परवरियो निरंकार आकार ज्योत जग मंडल करियो। सतगुरु नानक देव साहब जी महाराज प्रकट हुए। कोई सिट सिट ठार अते सारी सृष्टि ठंडी हो गई। भाव सतगुरां ने नाम बाणी का उपदेश देके सारी सृष्टि अंदर शांति वरदा दी। सारी सृष्टि अरदास करती सी के वह कंठ लगाए परमेश्वर सानू अभेद निश्चय रूप गले दे नाल लगा लेना करो। आपदा सब हार कलयुग के जमाने की सारी विपता नाश कर देना करो दूर कर देना करो जी। नानक नाम ध्याए सतगुरु श्री गुरु अर्जन देव महाराज जी कथन करते हैं कि सारी संगत उस परमेश्वर के नाम को ध्याना करती है। रब का सफल कर जिस परमेश्वर का सचखंड रूप कर सत्संगत रूप कर सहत ज्ञान रूपी फल दे है। महला पंजवा पंजवें पातशाह श्री गुरु अर्जन देव साहब जी महाराज बख्शिशा रहमता बरता रहे ने। उठे मेघ सुहावने गुरु रोम बदल ने शोभनीक नाम अमृत दी वर्खा बरसौना कीती है। हुक्म कीता करतार जिस करतार परमेश्वर ने सारे संसार में पैदा किया है उस परमेश्वर का स्वरूप श्री गुरु नानक देव महाराज जी हैं। जोत रूप हरि आप गुरु नानक कहायो। उस गुरु बदल ने शोभनीक नाम अमृत दी वर्खा बरसाउणा कीती। वो गुरु बदल वर्गे ने हुक्म कीता करतार। जिस वक्त परमेश्वर ने हुक्म किया उस वक्त शोभनी गुरु रूप बदल बरसे। रिजक उपायो न अगला गुरु रूप बदल दे बरसने करके शुभ गुण रूप रिजक बहुता उत्पन्न हो गया। आड पई संसार ਅਤੇ ਸਾਰੇ ਸੰਸਾਰ ਵਿੱਚ ਨਾਮ ਰੂਪ ਵਰਖਾ ਦੇ ਹੋਣ ਕਾਰਨ ਕਲਯੁਗ ਦੀ ਤਪਸ਼ਰੂ ਔੜ ਦੂਰ ਹੋ ਕੇ ਸ਼ਾਂਤੀ ਪੈ ਗਈ। ਤਨ ਮਨ ਹਰਿਆ ਹੋਇਆ ਸੋ ਤਨ ਅਤੇ ਮਨ ਪ੍ਰੇਮ ਰੂਪ ਹਰਿਆਵਲਤਾ ਦੇ ਸਹਿਤ ਹਰਾ ਭਰਾ हो गया है। सिमरत आगम अपार मन गमदा तू रह अति प्रकृति दे बार-बार तू रह परमेश्वर का नाम सिमरदिया गुरमुख जनम दा तन ते मन प्रेम रूप
हरि अवलता दिसै हरा भरा हो गया है। हर कृपा प्रभ अपनी, हे परमात्मा अपनी कृपा कर। सच्चे सिरजनहार, हे सच्चे सिरजनहार परमात्मा अपनी कृपा कर, अपनी मेहर कर। जो सच्चे सतस्वरूप परमेश्वर जगत नू रचन वाला है, या सच्चे ज्ञान नू गुरु रूप होके जगत जीव दे हिरदे विच रचन वाला है, उस प्रभ परमेश्वर ने गुरमुख जनां ते अपनी कृपा दृष्टि की है। पिता लोड़ है सो कर है, जो परमेश्वर करना चाहता है वो करता है। नानक सद बलिहार, सतगुरु महाराज साहब जी कथन करते ने पंजवें पातशाह श्री गुरु अर्जन देव जी कि मैं उस परमेश्वर तो सदा कुर्बान सदा बलिहार जांदा हां। पौड़ी चौथे पातशाह श्री गुरु रामदास साहब जी की पौड़ी है। दूसरियां पौड़ियां मां केवल इको ही पौड़ी पंजवें पातशाह की आई है, उथे पौड़ी महला पंजवां लिख दिता सी, पर बाकी सारियां पौड़ियां चौथे पातशाह गुरु रामदास महाराज दियां ने। श्री गुरु रामदास जी इस सारंग दी वार दी समाप्ति करदिया होइया आखिरी पौड़ी उच्चारण कर रहे ने। वड्डा आप अगम है, हे भाई वो परमेश्वर आप सब तो वड्डा ते शास्त्रां दी गमता तो रहत परे है। वड्डी वड्याई, अते उसदी ब्रह्मा विष्णु शिव जी आदि सब तो वड्डी महिमा है। गुर शब्दी वेख विगासिया, जिस गुरमुख जन दा गुरु उपदेश द्वारा चेतन ब्रह्म नूं वेख के चित खिड़ाया आनंदित हो गया है। अंतर शांत आई, उसके हृदय विच स्वरूप की प्राप्ति करके आत्मक शांति आ गई है। सब आपे आप अर्थदा, फिर उस गुरमुख जन की ऐसी दृष्टि हो जाती है कि सारियां विच परमेश्वर अपना आप रूप होके वर्त रहा है। आपे है भाई, अते हे भरावो परमेश्वर आप ही तिन्ने कालां विच सत स्वरूप है। आप नाथ सब नथियन, परमेश्वर आप ही माया सबल होके सारियां दा स्वामी है, अते उसने आप ही सारी सृष्टि नूं अपने अधीन करन रूप नथिया होया है, या सारी सृष्टि उसदी नथियन जमात है। सब हुक्म चलाई, अते सारी सृष्टि उस वाहिगुरु ने अपने हुक्म दे विच चलाई हुई तुरी हुई है। नानक हर भावै सो करे, सतगुरु रामदास महाराज जी फरमाਉਂਦੇ ने कि जो हरि परमेश्वर ਨੂੰ ਪਾਉਂਦਾ है ਉਹੀ ਕਰਦਾ ਸੀ करता है अते करेगा। सब चलै रजाई, सारी सृष्टि उसकी रजा दे विच उसकी आज्ञा दे विच चलती है। शुद्ध ये व्यवहार है, ये शुद्ध है, इस उत्ते कोई भी सिख अपनी उकत मुताबिक अदला बदली ना करे। ये सारंग दी वार दी बाणी हिरदे नूं शुद्ध पवित्र करने वाली है, या शुद्ध स्वरूप की प्राप्ति कराने वाली है, या ये वार सुधा रीत में गानी चाहिए है। श्री गुरु अर्जन देव जी ने निमरता विच आके
जिथे पहले गुरुआं की वार रची है उसनों शुद्ध अखर विच लिख के भावना प्रगट करते हैं कि बाणी बिल्कुल शुद्ध है। जिथे अपनी उचारण की वार लिखते हैं उथे वड्डे गुरां नूं सिमरती विच लैके निम्रता नाल शुद्ध कीचे अखर लिखते हैं। भाव के ये सतगुरु जी आप जी मेरी बाणी नूं शुद्ध उचारण करन दी समर्था बख्शो। या एक शुद्ध राग हुंदे ने, एक शुद्ध संकीर्ण राग हुंदे ने, जिस विच इकल्ला आलाप होवे वो शुद्ध राग हुंदे ने, जिस विच आलाप ते वख्यान होवे वो शुद्ध संकीर्ण राग हुंदे ने। इसे प्रकार जिथे इकल्ला शुद्ध शब्द लिखिया हुंदा उथे इकल्ला आलाप हुंदा है, जिथे शुद्ध कीचा लिखिया हुंदा है उथे आलाप अते वख्यान हुंदा है। यूं ये जो वार है ये शुद्ध है। राग सारंग हुण राग सारंग दे विच बाणी भगतां की सतगुरु साहब जी भगतां दी बाणी दर्ज करवाउंदे होए कबीर जी सब तो पहला भगत कबीर साहब जी की बाणी दर्ज करते हैं। एक ओंकार एक अद्वितीय परमेश्वर ओंकार जो सर्वदा प्रकाशक है। सतगुर प्रसाद जो सतगुरां दी प्रसाद कृपा द्वारा प्राप्त हुंदा है। जो सत चित आनंद रूप एक ओंकार है। सो सतगुरु की कृपा बख्शिश द्वारा मिलता एक ओंकार ही साडा सतगुरु है ते एक ओंकार सतगुरु की ही साडे उपर कृपा है। कहा नर कर बस थोड़ी बात। एक बार भगत कबीर जी दे कोल एक सरदारी दौलतमंद पुरख आया अते आके अपनी प्रभुता ते दौलत हंकार कर लगा कि मेरी इतनी प्रभुता ते मेरे को इतना धन दौलत है। उसके हंकार भरे वचन सुन के भगत जी ने उसनों सिक्ख्या दिंदियां ये शब्द उच्चारण कीता कि हे पुरख तू कादे वास्ते हंकार करदा। तेरी जिंदगी रूप गल थोड़ी जी हुई है, पता ही नहीं है अगला श्वास आवेगा कि या नहीं आवेगा। दौलत प्रभुता रूप है, थोड़ी जी गल दा कादे वास्ते तू हंकार करदा है। मन दस नाज टका चार गंठी। 10 मन अनाज या 10,000 मन अनाज ते जे 4 टके तेरी गंढ विच आउण लग गए तां की वड्डा हो गया। भाव 4 दमड़ियां दा तू मालक हो गया तां की हो गया। ऐडा टिड्डा जात और तू आकड़ के टेढ़े मार्ग भाव हंकारी हो के कुसंगत वाल जाना करदा है। चलत कत टेढ़े 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 अस्त चरम विष्टा के मुंदे दुर्गंध ही के भेड़। टेढ़ी पग भी टेढ़ी बलेकियां वाली जितना लुटेरे हुंदे ने डाकू हुंदे ने ते टेढ़ी चाल चलदा भी तो टेढ़ा मतलब गुरुद्वारे के रस्ते तो टेढ़ा चलदा है। चोरी यारी ठगी वाला रास्ता पकड़िया हुआ है। लागे वीरे कार ताड़ियां मार मार के विच कड़ी ते चूना ते बीड़े पा के ते तू बीड़े खान लग रहा है। मुंह बड़ा भैड़ा जा कीता हुआ है। पाओ भगत से मुकाज ना कछु है। जी कोई कहे भी चल कोई मंदिर कोई मसीत या कोई गुरुद्वारे मत्था टेकन चलीए, इन्ना मेरा प्रेमा भक्ति नाल की काम है। मेरो काम दी मार मेरा तां काम कचहरियां विच है। सच्ची नूं झूठा बना देना, जिन्हें पैसे वध दिते ने उन्होंने सच्चा बना देना।
ਤੇ ਜੇ ਸੱਚੇ ਬੰਦੇ ਕੋ ਪੈਸੇ ਨਹੀਂ ਸਰੇ ਜਾਂ ਉਹਨੇ ਘੱਟ ਦਿੱਤੇ ਉਹਨੂੰ ਝੂਠਾ ਕਰ ਦੇਣਾ। ਇਉਂ ਹੰਕਾਰੀ ਹੋ ਕੇ ਟੇਢਾ ਉਹ ਸੰਗਤ ਵੱਲ ਜਾਣਾ ਕਰਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਬਹੁਤ ਪ੍ਰਤਾਪ ਗਾਉ ਸੋ ਪਾਏ। ਜੇਕਰ ਅਤਿਅੰਤ ਦੁਨੀਆ ਵਿੱਚ ਜਸ ਹੋ ਗਿਆ, 100 ਕੁ ਪਿੰਡ ਪਾਲੇ, ਭਾਵ ਰਜਵਾੜਿਆਂ ਦਾ ਮਾਲਕ ਬਣ ਗਿਆ, ਤਾਂ ਕੀ ਹੋ ਗਿਆ? 2 ਲੱਖ ਟਕਾ ਬਰਾਤ। ਅਤੇ 2 ਲੱਖ ਟਕੇ ਦੀ ਤੈਨੂੰ ਆਮਦਨ ਜਗੀਰ ਆਉਣ ਲੱਗ ਪਈ, ਜਾਂ ਤੈਨੂੰ ਉੱਪਰੋਂ ਮਾਮਲੇ ਆਦਿ ਦੀ ਆਮਦਨ ਆਉਣ ਲੱਗ ਪਈ। ਅੱਜ ਕੱਲ ਬਹੁ ਮੰਜ਼ਿਲਾ ਮਕਾਨ ਬਣਾ ਕੇ, ਕਮਰੇ ਬਣਾ ਕੇ ਕਿਰਾਏਦਾਰ ਰੱਖ ਲਏ, ਪੀਜੀ ਖੋਲ ਲਏ, ਹੋਟਲ ਖੋਲ ਲਏ, ਉਹਨਾਂ ਦਾ ਕਿਰਾਇਆ ਆਉਣ ਲੱਗ ਪਿਆ। ਮੇਰਾ ਮਹੀਨੇ ਦਾ 1.5 ਲੱਖ ਕਿਰਾਇਆ ਜੀ, ਮੇਰਾ 2.5 ਲੱਖ ਹੈ ਜੀ। ਸਾਨੂੰ ਕੀ ਹੋਊਗਾ? ਤੇਰੇ ਘਰ ਹੋਊਗਾ। ਤੇ ਇਸ ਵਾਸਤੇ ਇਹ ਕਾਹਦਾ ਹੰਕਾਰ ਹੈ? ਸਭ ਦੁਨੀਆ ਕੋਲ ਆਪੋ ਆਪਣਾ ਰੱਬ ਨੇ ਦਿੱਤਾ ਹੋਇਆ ਹੈ। ਇਉਂ ਸੋ ਮਹਾਰਾਜ ਕਹਿੰਦੇ ਕਬੀਰ ਸਾਹਿਬ ਜੀ, ਦਿਵਸ ਚਾਰ ਕੀ ਕਰਹੁ ਸਾਹਿਬੀ। ਇਹ ਭਾਈ ਜਿਹੜੀ 4 ਕੁ ਦਿਨ ਦੀ ਮਾਲਕੀ ਕਰਦਾ ਹੈ। ਐਸੇ ਬਨ ਹਰ ਪਾਤ। ਇਹ ਇਉਂ ਨਾਸ਼ ਹੋ ਜਾਣੀ ਹੈ ਜਿਵੇਂ ਜੰਗਲ ਦੇ ਕੱਟੇ ਹੋਏ ਹਰੇ ਪੱਤਰੇ ਥੋੜੇ ਸਮੇਂ ਬਾਅਦ ਘੁਮਰਾ ਜਾਂਦੇ ਨੇ। ਵਣ ਦੇ ਕੱਟੇ ਹੋਏ ਪੱਤੇ ਨਾਸ਼ ਹੋ ਜਾਂਦੇ ਨੇ, ਭਾਵ ਥੋੜਾ ਸਮਾਂ ਹੀ ਹਰਿਆਵਲਤਾ ਰਹਿੰਦੀ ਹੈ। ਇਸੇ ਪ੍ਰਕਾਰ ਕਬੀਰ ਜੀ ਫਰਮਾਉਂਦੇ ਨੇ, ਦਿਵਸ ਚਾਰ ਕੀ ਕਰਹੁ ਸਾਹਿਬੀ। ਇਹ ਭਾਈ ਜਿਹੜੀ 4 ਕੁ ਦਿਨ ਦੀ ਮਾਲਕੀ ਕਰਦਾ ਹੈ। ਜੈਸੇ ਬਨ ਹਰ ਪਾਤ। ਜਦ ਤੂੰ ਮਾਤਾ ਦੇ ਗਰਭ ਰੂਪ ਵਣ ਵਿੱਚੋਂ ਹਰੇ ਪੱਤੇ ਵਾਂਗ ਕੱਟਿਆ ਗਿਆ, ਭਾਵ ਜਨਮ ਲੈ ਕੇ ਸੰਸਾਰ ਵਿੱਚ ਆ ਗਿਆ, ਤਦ ਥੋੜੇ ਦਿਨ ਹੀ ਜ਼ਿੰਦਗੀ ਰੂਪ ਹਰਿਆਵਲਤਾ ਰਹਿੰਦੀ ਹੈ। ਭਾਵ ਅੰਤ ਨੂੰ ਘੁਮਲਾ ਜਾਣਾ, ਮਰ ਹੀ ਜਾਣਾ ਹੈ। ਵਣ ਦੇ ਕੱਟੇ ਪੱਤਰਿਆਂ ਵਾਂਗ ਨਾਸ਼ੀ ਹੋ ਜਾਣਾ ਹੈ। ਇਸੇ ਪ੍ਰਕਾਰ ਜੈਸੇ ਬਨ ਹਰ ਪਾਤ। ਜਿਵੇਂ ਪੱਤਿਆਂ ਦੇ ਬਣ ਨਾਮੇ ਪਾਣੀ ਦੀ ਕਣੀ ਡਿੱਗ ਕੇ ਹਰ ਨਾਸ਼ ਹੋ ਜਾਂਦੀ ਹੈ, ਇਸੇ ਪ੍ਰਕਾਰ ਸਰੀਰ ਪੱਤਿਆਂ ਦੇ ਉੱਪਰੋਂ ਪਦਾਰਥਾਂ ਨੂੰ ਪਾਣੀ ਦੀ ਕਣੀ ਡਿੱਗ ਕੇ ਨਾਸ਼ ਹੋ ਜਾਂਦੀ ਹੈ। ਭਾਵ ਪੁੰਨ ਨਾਸ਼ ਹੋਣ ਤੋਂ ਪਦਾਰਥ ਹੋਰ ਨਾ ਪੁੰਨੀ ਪੁਰਖਾਂ ਕੋਲ ਚਲੇ ਜਾਂਦੇ ਨੇ। ਇਸੇ ਪ੍ਰਕਾਰ ਜੈਸੇ ਬਨ ਹਰ ਪਾਤ। ਜਿਵੇਂ ਬਸੰਤ ਰੁੱਤ ਆਈ ਤੋਂ ਵਣ ਦੇ ਅੰਦਰ ਪੱਤਰੇ ਹਰੇ ਹਰੇ ਪ੍ਰਤੀਤ ਹੁੰਦੇ ਨੇ ਅਤੇ ਪਤਝੜ ਰੁੱਤ ਵਿੱਚ ਸੁੱਕ ਕੇ ਥੱਲੇ ਡਿੱਗ ਜਾਂਦੇ ਨੇ। ਇਸੇ ਪ੍ਰਕਾਰ ਇਹ ਜੀਵ ਤੂੰ ਸੰਸਾਰ ਨੂੰ ਵਣ ਦੇ ਅੰਦਰ ਜਵਾਨੀ ਜਾਂ ਜ਼ਿੰਦਗੀ ਰੂਪ ਹਰਿਆਵਲਤਾ ਦੇ ਸਹਿਤ ਹੈ। ਜਦੋਂ ਮੌਤ ਨੂੰ ਪਤਝੜ ਰੁੱਤ ਆ ਗਈ, ਤਦ ਤੂੰ ਝਾਟੀ ਸੁੱਕ ਜਾਣਾ, ਨਾਸ਼ ਹੋ ਜਾਣਾ ਹੈ। ਆਪ ਲੈ ਆਇਓ ਇਹੋ ਧਨ। ਨਾ ਹੀ ਕੋਈ ਸੰਸਾਰ ਵਿੱਚ ਇਸ ਧਨ ਨੂੰ ਨਾਲ ਲੈ ਕੇ ਆਇਆ ਹੈ। ਨਾ ਕੋ ਲੈ ਜਾਤ। ਅਤੇ ਨਾ ਹੀ ਕੋਈ ਅੱਗੇ ਪਰਲੋਕ ਨੂੰ ਨਾਲ ਲੈ ਕੇ ਜਾਂਦਾ ਹੈ। ਰਾਵਣ ਹੂੰ ਤੇ ਆਦਿਕ ਛਤਰਪਤ। ਜੋ ਰਾਵਣ ਤੋਂ ਵੀ ਵੱਡੇ ਵੱਡੇ ਛਤਰਪਤੀ ਚੱਕਰਵਰਤੀ ਛਤਰਾਂ ਦੇ ਸਵਾਮੀ ਰਾਜੇ ਸਨ। ਫਿਰ ਮੈਂ ਗਏ ਬਿਲਾਤ। ਉਹ ਇੱਕ ਛਿਨ ਦੇ ਵਿੱਚ ਦੁਨੀਆ ਤੋਂ ਬਿਲਾਤ ਨਾਮੇ ਚਲੇ ਗਏ ਜਾਂ ਬਿਲਾਤ ਛਪ ਗਏ, ਚਲੇ ਗਏ ਨੇ। ਅਰਥਾਤ ਜਦੋਂ ਰਾਵਣ ਸਹੰਸਰ ਬਾਹੂ ਦੇ ਕੋਲ ਗਿਆ ਸੀ ਤਾਂ ਉੱਥੇ ਸਹੰਸਰ ਬਾਹੂ ਦੇ ਪੁੱਤਰਾਂ ਨੇ ਦੀਪ ਦੀ ਬਣ ਕੇ ਸਿਰ ਉੱਤੇ ਦੀਵੇ ਜਗਾ ਕੇ ਇਸ ਨੂੰ ਜਲੀਲ ਕੀਤਾ। ਤਾਂ ਉਥੋਂ ਰਾਵਣ ਦੀਵੇ ਸੁੱਟ ਕੇ ਭੱਜ ਆਇਆ ਸੀਗਾ।
ਇਸੇ ਪ੍ਰਕਾਰ ਬਾਲੀ ਨੇ ਰਾਵਣ ਨੂੰ ਆਪਣੀ ਕਸ਼ ਵਿੱਚ ਲੈ ਕੇ ਬਲਹੀਣ ਕਰ ਦਿੱਤਾ ਸੀ ਤੇ ਬਲ ਰਾਜੇ ਨੇ ਰਾਵਣ ਨੂੰ ਗੰਦੀ ਜਗ੍ਹਾ ਪਖਾਨੀ ਵਿੱਚ ਕੈਦ ਕਰ ਦਿੱਤਾ ਸੀ। ਕਿਉਂ ਰਾਵਣ ਤੋਂ ਵੱਡੇ ਵੱਡੇ ਸੂਰਮੇ ਛਤਰਪਤੀ ਰਾਜੇ ਵੀ ਇੱਕ ਖਿੰਨ ਦੇ ਵਿੱਚ ਦੁਨੀਆ ਤੋਂ ਕੂਚ ਕਰਕੇ ਚਲੇ ਗਏ ਹਨ। ਹਰਿ ਕੇ ਸੰਤ ਸਦਾ ਥਿਰ ਪੂਜੋ। ਫਿਰ ਮਹਾਰਾਜ ਕੀ ਕਰੀਏ? ਤਾਂ ਕਬੀਰ ਜੀ ਕਹਿੰਦੇ ਕਿ ਜੋ ਸੰਤ ਜਨ ਹਰੀ ਪਰਮੇਸ਼ਰ ਦੇ ਨਾਮ ਨੂੰ ਆਪ ਜਪਦੇ ਤੇ ਹੋਰ ਨਾਂ ਤੋਂ ਜਪਾਉਂਦੇ ਨੇ, ਉਹਨਾਂ ਨੂੰ ਹਮੇਸ਼ਾ ਸਥਿਤ ਰਹਿਣ ਵਾਲੇ ਹਰੀ ਪਰਮੇਸ਼ਰ ਦੇ ਸੰਤ ਜਨਾਂ ਦੇ ਚਰਨਾਂ ਦਾ ਪੂਜਨ ਕਰੋ। ਜੋ ਹਰ ਨਾਮ ਜਪਾਤ। ਜੋ ਹਰੀ ਦਾ ਨਾਮ ਜਪਾਉਂਦੇ ਨੇ ਸੰਤ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਜੋ ਆਪ ਜਪੇ ਆਪਣੇ ਨਾਮ ਜਪਾਵੇ, ਉਹਨਾਂ ਨੂੰ ਤੁਸੀਂ ਸੋ ਪੂਜਨਾ ਕਰੋ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ। ਜਿਨ੍ਹਾਂ ਤੇ ਪਰਮੇਸ਼ਰ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ। ਤੇ ਸਤ ਸੰਗ ਮਿਲਾਤ। ਉਹ ਸਤਸੰਗ ਦੇ ਨਾਲ ਮਿਲਦੇ ਹਨ। ਮਾਤ ਪਿਤਾ ਬਣਤਾ ਸੁਖ ਸੰਪਤ। ਮਾਂ ਪਿਓ ਇਸਤਰੀ ਪੁੱਤਰ ਆਦਿ ਘੋੜੇ ਆਦਿਕ ਵਿਭੂਤੀ। ਅੰਤ ਨਾ ਚਲਤ ਸੰਗਾਤ। ਇਹਨਾਂ ਵਿੱਚੋਂ ਕੋਈ ਵੀ ਅਖੀਰ ਵੇਲੇ ਪਰਲੋਕ ਨੂੰ ਨਾਲ ਨਹੀਂ ਚੱਲਦਾ। ਮਾਤ ਪਿਤਾ ਬਣਤਾ ਸੁਖ ਬੰਧਪ ਇਸ਼ਟ ਮੀਤ ਅਰ ਭਾਈ। पूर्व जन्म के मिले संजोगी अंत है को न सहाई। कहत कबीर राम भज गौरे। भगत कबीर साहब जी कथन करते ने कि हे चले जीव, तू धन दा अहंकार छड़ के राम परमेश्वर दा भजन सिमरन कर। जन्म अकारथ जात। क्योंकि सिमरन तो बगैर तेरा मनुखा जन्म निष्फल ही तुरिया जांदा।